असुन प्रेम उमाहड़ा क्यों मिलिया हर जाए। मन तन प्यास दर्शन कणी कोई आड़ मिलावे माए। असुन प्रेम उमाहड़ा क्यों मिलिया हर जाए। मन तन प्यास दर्शन कणी कोई आण मिलावे माए। संत सुहाई प्रेम के हाँ तिनका लागा पाए। विण प्रभ क्यों सुख पाइयै दूजे नाही जाए। जिन्नी चाखिया प्रेम रस से तृप्त रहे आगाए। आप त्याग बिनती करें लेह प्रभु लड़ लाए। जो हर कंत मिलाइया से विछड़ कता न जाए। प्रभ बिना दूजा को नहीं नानक हर शरणाए। असु सुखी वसंदियाँ जिना माया हर राय। प्रभ बिना दूजा को नहीं नानक हर शरणाए। असु सुखी वसंदियाँ जिना माया हर राय। चवर छतर तख्त दे मालक गुरता गद्दे दे सुभाई मान। जुगो जुग अटल शब्द गुरु धन धन साहिब श्री गुरु ग्रंथ साहिब जी महाराज। तिन्हां दी मुकद्दस गोद अंदर सभाई मान सत संगी जनों वड भागे हाँ। जो ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਹਨ। ਸਤਿਗੁਰੂ ਜੀ ਨੇ ਕਿਰਪਾ ਮਿਹਰਾਮਤ ਕੀਤੀ। ਅੱਜ ਜੋ ਅੱਸੂ ਦਾ ਮਹੀਨਾ ਆਰੰਭ ਹੋਇਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਸਤਿਗੁਰਾਂ ਨੇ ਮਾਝ ਰਾਗ ਅੰਦਰ 12 ਮਹਾ ਬਾਣੀ ਉਚਾਰ ਕਰਕੇ ਸਾਨੂੰ ਅੱਸੂ ਦੇ ਮਹੀਨੇ ਅੰਦਰ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਉਸ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ। ਸਤਿਗੁਰੂ ਜੀ ਨੇ ਪਿਛਲੇ ਮਹੀਨੇ ਦੇ ਅੰਦਰ ਸਮਝਾਉਣਾ ਕੀਤਾ ਸੀ, ਕਿਸੇ ਭਾਦੋਏ ਨਰਕ ਨਾ ਪਾਈਆਂ ਗੁਰ ਰੱਖਣ ਵਾਲਾ ਹੇਤ। ਕਿ ਜਿਨ੍ਹਾਂ ਨੂੰ ਭਰਮ ਸੀ, ਜਿਨ੍ਹਾਂ ਦੀ ਭਟਕਣਾ ਸੀ ਭਾਦੋਂ ਦੇ ਮਹੀਨੇ ਦੇ ਅੰਦਰ, ਪਰ ਜਿਨ੍ਹਾਂ ਦਾ ਹੇਤ, ਜਿਨ੍ਹਾਂ ਦਾ ਪਿਆਰ ਗੁਰੂ ਚਰਨਾਂ ਦੇ ਨਾਲ ਪੈ ਗਿਆ, ਉਹਨਾਂ ਦੀ ਭਟਕਣਾ ਜਿਹੜੀ ਹੈ ਇਸ ਭਾਦੋਂ ਦੇ ਮਹੀਨੇ ਦੇ ਅੰਦਰ ਖਤਮ ਹੋ ਗਈ। ਹੁਣ ਜਿਨ੍ਹਾਂ ਦਾ ਪ੍ਰੇਮ, ਜਿਨ੍ਹਾਂ ਦਾ ਮੋਹ ਸਤਿਗੁਰ ਦੇ ਚਰਨਾਂ ਦੇ ਨਾਲ, ਜਿਨ੍ਹਾਂ ਸਤ ਸੰਗੀਆਂ ਦਾ ਚਿੱਤ ਜੁੜ ਗਿਆ, ਮਾਲਕ ਜੀ ਕਹਿਣ ਲੱਗੇ ਅੱਸੂ ਦੇ ਮਹੀਨੇ ਦੇ ਅੰਦਰ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਮਿਲਾਪ ਦਾ ਇੱਕ ਅਜਿਹਾ ਉਛਾਲ ਆਇਆ ਹੈ। ਅੰਦਰੋਂ ਤਾਂਘ ਪੈਦਾ ਹੋਈ ਕਿ ਮੈਂ ਮਾਲਕ ਦੇ ਚਰਨਾਂ ਦੇ ਨਾਲ ਜਾ ਕੇ ਮਿਲ ਸਕਾਂ।
ਪਾਤਸ਼ਾਹ ਜੀ ਕਿਰਪਾ ਕਰਨ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਇੱਕੋ ਵਾਰ ਕਹਿਣ 'ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਕ ਜੀ ਕਹਿਣ ਲੱਗੇ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਅਸੁਨ ਦੇ ਮਹੀਨੇ ਦੇ ਅੰਦਰ ਪ੍ਰੇਮ ਦਾ ਉਛਾਲ ਆਇਆ, ਉਛਾਹੜਾ। ਅਸੁਨ ਪ੍ਰੇਮ ਉਮਾਹੜਾ, ਉਮਾਹਾ ਅੰਦਰ ਤਾਂਗ, ਅੰਦਰ ਖਿੱਚ ਪੈਦਾ ਹੋਈ, ਅੰਦਰ ਉਛਾਲ ਆਇਆ ਪ੍ਰਭੂ ਮਿਲਾਪ ਦਾ। ਕਿਉਂ ਮਿਲੀਆ ਹਰ ਜਾਏ। ਕਿਵੇਂ ਮਾਲਕ ਨੂੰ, ਉਸ ਹਰ ਨੂੰ, ਉਸ ਪਰਮਾਤਮਾ ਨੂੰ ਮੈਂ ਕਿਵੇਂ ਮਿਲ ਸਕਾਂ। ਮਾਲਕ ਜੀ ਕਹਿਣ ਲੱਗੇ ਸਭ ਤੋਂ ਜ਼ਰੂਰੀ ਗੱਲ, ਸਭ ਤੋਂ ਪਹਿਲੀ ਗੱਲ ਇਹ ਹੈ, ਇਸ ਗੱਲ ਦਾ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ, ਅਸੀਂ ਵਿਛੜੇ ਹੋਏ ਹਾਂ। ਜੇ ਇਸ ਗੱਲ ਦਾ ਪਤਾ ਹੀ ਨਹੀਂ ਕਿ ਅਸੀਂ ਵਿਛੜੇ ਹਾਂ, ਫਿਰ ਮਿਲਾਪ ਕਿਵੇਂ ਹੋਵੇਗਾ। ਜੇ ਇੱਕ ਬੱਚਾ ਆਪਣੇ ਮਾਤਾ ਪਿਤਾ ਦੇ ਨਾਲ ਕਿਸੇ ਭੀੜ ਵਾਲੀ ਜਗ੍ਹਾ 'ਤੇ, ਕਿਸੇ ਮੇਲੇ 'ਤੇ ਚਲਾ ਗਿਆ, ਹੁਣ ਉਹਦੀ ਜਿਹੜੀ ਬਾਹ ਹੈ ਆਪਣੇ ਮਾਤਾ ਪਿਤਾ ਨਾਲੋਂ ਛੁੱਟ ਗਈ, ਮੇਲੇ ਦੇ ਵਿੱਚ ਉਹ ਗਵਾਚ ਗਿਆ। ਪਰ ਕਿਸੇ ਸੱਜਣ ਨੇ ਉਸ ਬੱਚੇ ਨੂੰ ਆਪਣੇ ਕੋਲ ਬਿਠਾ ਲਿਆ। ਉਹ ਕਿਤੇ ਰੋ ਨਾ ਪਵੇ, ਉਹਦਾ ਜਿਹੜਾ ਮਨ ਹੈ ਖਿਡੌਣਿਆਂ ਦੇ ਨਾਲ ਲਾ ਦਿੱਤਾ। ਖਾਣ ਵਾਲੀ ਜਗ੍ਹਾ 'ਤੇ ਲੈ ਗਿਆ ਕਿ ਦੱਸ ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ। ਪਰ ਜੇ ਹੁਣ ਬੱਚੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਮੈਂ ਆਪਣੇ ਮਾਤਾ ਪਿਤਾ ਨਾਲ ਵਿਛੜ ਗਿਆ, ਉਹ ਆਪਣਾ ਮਨ ਖਿਡੌਣਿਆਂ ਦੇ ਨਾਲ, ਆਪਣਾ ਮਨ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਜੋੜ ਲਵੇ, ਫਿਰ ਉਸ ਬੱਚੇ ਦਾ ਮਿਲਾਪ ਉਹਦੇ ਮਾਤਾ ਪਿਤਾ ਦੇ ਨਾਲ ਕਿਵੇਂ ਹੋਵੇਗਾ। ਜਦੋਂ ਤੱਕ ਬੱਚਾ ਇਹ ਗੱਲ ਨਹੀਂ ਆਖਦਾ ਕਿ ਮੈਂ ਵਿਛੜਿਆ ਹਾਂ, ਮੈਨੂੰ ਮੇਰੇ ਘਰ ਪਹੁੰਚਾਓ, ਉਦੋਂ ਤੱਕ ਉਹ ਆਪਣੇ ਘਰ ਪਹੁੰਚੇਗਾ ਨਹੀਂ। ਪਾਲਕ ਜੀ ਕਹਿਣ ਲੱਗੇ ਇਸੇ ਤਰ੍ਹਾਂ ਅਸੀਂ ਜਿਹੜੇ ਜੀਵ ਹਾਂ, ਪਰਮੇਸ਼ਰ ਤੋਂ ਵਿਛੜ ਕਰਕੇ ਇਸ ਸੰਸਾਰ 'ਤੇ ਭਟਕਦੇ ਪਏ ਹਾਂ। ਪਰ ਜਦੋਂ ਤੱਕ ਮਨ ਅੰਦਰ ਇਹ ਖਿਆਲ ਹੀ ਪੈਦਾ ਨਹੀਂ ਹੋਇਆ ਕਿ ਮੈਂ ਮਾਲਕ ਦੇ ਨਾਲ ਮਿਲਣਾ ਵੀ ਹੈ, ਮੈਂ ਆਪਣਾ ਮਿਲਾਪ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਕਰਨਾ, ਉਦੋਂ ਤੱਕ ਜਿਹੜਾ ਫਿਰ ਮਿਲਾਪ ਇਹ ਸੰਭਵ ਨਹੀਂ ਹੈ। ਪਰ ਜਦੋਂ ਅੰਦਰ ਤਾਂਘ ਪੈਦਾ ਹੋਈ, ਜਦੋਂ ਅੰਦਰ ਉਛਾਲਾ ਆਇਆ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਆ ਹਰ ਜਾਏ, ਮਾਲਕ ਜੀ ਕਹਿਣ ਲੱਗੇ ਉਦੋਂ ਉਸੇ ਦਿਨ ਫਿਰ ਇਹ ਤਾਂਘ ਪੈਦਾ ਹੋ ਗਈ ਹੈ। ਭਗਤ ਸਾਹਿਬਾਨ ਵੀ ਆਪਣੀ ਪਾਵਨ ਗੁਰਬਾਣੀ ਅੰਦਰ ਆਖਦੇ ਨੇ, ਕਬੀਰ ਚੱਕਈ ਜੋ ਨਿਸ ਵਿਛੁਰੈ। ਜਿਹੜੀ ਚੱਕਵੀ ਹੈ ਨਾ, ਸੂਰਜ ਛਿਪਣ ਦੇ ਕਾਰਨ ਆਪਣੀ ਪ੍ਰੀਤਮ ਤੋਂ ਉਹਦਾ ਵਿਛੋੜਾ ਪੈ ਗਿਆ, ਸਾਰੀ ਰਾਤ ਉਹਨੇ ਬਿਰਹਾ ਦੇ ਵਿੱਚ ਕੱਢੀ ਹੈ। ਚੱਕਈ ਜੋ ਨਿਸ ਵਿਛੁਰੈ। ਭਗਤ ਕਬੀਰ ਮਹਾਰਾਜ ਕਹਿਣ ਲੱਗੇ ਜਿਹੜੀ ਚੱਕਵੀ ਹੈ, ਰਾਤ ਤਾਂ ਵਿਛੋੜੇ ਵਿੱਚ ਨਿਕਲ ਗਈ, ਪਰ ਆਏ ਮਿਲੈ ਪ੍ਰਭਾਤ। ਜਦੋਂ ਹੀ ਦਿਨ ਦਾ ਉਜਾਲਾ ਹੋਇਆ, ਦਿਨ ਦਾ ਚੜ੍ਹਾਅ ਹੋਇਆ, ਪ੍ਰਕਾਸ਼ ਹੋਇਆ, ਹਨੇਰਾ ਦੂਰ ਹੋ ਗਿਆ, ਜਿਹੜੀ ਚੱਕਵੀ ਹੈ ਆਪਣੇ ਚੱਕਵੇ ਨੂੰ, ਆਪਣੇ ਪ੍ਰੀਤਮ ਨੂੰ ਮਿਲਣ ਦੇ ਵਾਸਤੇ ਸੂਰਜ ਦਾ ਉਹਨੇ ਧੰਨਵਾਦ ਕੀਤਾ ਕਿ ਤੂੰ ਰੋਸ਼ਨੀ ਦਿੱਤੀ ਹੈ, ਔਰ ਉਸੇ ਵਕਤ ਆਪਣੇ ਪ੍ਰੀਤਮ ਦੇ ਕੋਲ ਮਿਲਣ ਵਾਸਤੇ ਚਲੀ ਗਈ। ਪਰ ਨਾਲ ਹੀ ਭਗਤ ਸਾਹਿਬਾਨ ਜੀ ਕਹਿਣ ਲੱਗੇ ਜੋ ਨਰ ਵਿਛੋਰੇ ਰਾਮ ਸਿਓ, ਨਾ ਦਿਨ ਮਿਲੇ ਨਾ ਰਾਤ। ਪਰ ਜਿਹੜੇ ਪਰਮਾਤਮਾ ਤੋਂ ਵਿਛੜੇ ਹੋਏ ਨੇ, ਉਹਨਾਂ ਦੇ ਅੰਦਰ ਇਹ ਖਿਆਲ ਨਹੀਂ, ਉਹ ਜੀਵ ਦਿਨੇ ਵੀ ਵਿਛੜੇ ਨੇ, ਉਹ ਰਾਤ ਵੀ ਵਿਛੜੇ ਨੇ। ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਨੇ, ਜਿਹੜਾ ਉਬਾਲਾ ਖਾਧਾ ਹੈ। ਭਗਤ ਕਬੀਰ ਮਹਾਰਾਜ ਦੇ ਬੋਲ ਨੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਦਕਾਏ। ਹੁਣ ਜਲ ਦੇ ਨਾਲ ਤਾਂ ਪਿਆਸ ਮਿਟਣੀ ਹੈ, ਪਰ ਜਲ ਦੀ ਪਿਆਸ ਨਾ ਜਾਏ। ਭਾਵ ਤੇਰੇ ਨਾਮ ਦੀ, ਤੇਰਾ ਨਾਮ ਜਿਹੜਾ ਜਲ ਰੂਪੀ ਹੈ, ਇਹ ਸੀ ਅਜਿਹੀ ਅੰਦਰ ਤਾਂਘ ਪੈਦਾ ਹੋਈ, ਜਿਹਾ ਅੰਦਰ ਉਛਾਲ ਆਇਆ। ਉਸ ਜਲ ਨੂੰ ਪੀਤਿਆਂ, ਉਸ ਨਾਮ ਨੂੰ ਜਪਦਿਆਂ ਹੁਣ ਅੰਦਰ ਦੀ ਤਾਂਘ ਜਿਹੜੀ ਤ੍ਰਿਪਤ ਨਹੀਂ ਹੋ ਰਹੀ, ਚਿੱਤ ਕਰਦਾ ਹੈ ਇਸ ਨਾਮ ਨੂੰ ਹੋਰ ਜਪੀ ਜਾਵਾਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਦਕਾਏ। ਅਗਨ, ਤਾਂਘ, ਇੱਛਾ ਹੋਰ ਵੱਧ ਗਈ ਹੈ। ਤੇ ਭਗਤ ਸਾਹਿਬਾਨ ਕਬੀਰ ਮਹਾਰਾਜ ਕਹਿਣ ਲੱਗੇ ਇਹ ਤਾਂਘ ਕੈਸੀ ਹੈ। ਮਾਲਕ ਜੀ ਤੂੰ ਹੈ ਸਮੁੰਦਰ, ਤੂੰ ਸਰੋਵਰ ਹੈ, ਤੂੰ ਵਿਸ਼ਾਲ ਹੈ, ਅਤੇ ਮੈਂ ਉਸ ਪਾਣੀ ਦਾ, ਉਸ ਸਮੁੰਦਰ ਦੇ ਪਾਣੀ ਦਾ ਇੱਕ ਛੋਟਾ ਜਿਹਾ ਜੀਵ, ਇੱਕ ਮੱਛ ਕਹਿ ਲਈਏ, ਮੱਛੀਆਂ
ਜਿਹੜਾ ਉਸ ਪਾਣੀ ਤੋਂ ਬਿਨਾਂ ਇੱਕ ਖਿੰਨ ਵੀ ਰਹਿ ਨਹੀਂ ਸਕਦਾ। ਤੂੰ ਜਲ ਨਿਧ ਹਉ ਜਲ ਕਾ ਮੀਨ, ਤੁਸੀਂ ਸਮੁੰਦਰ ਔਰ ਮੈਂ ਉਸ ਪਾਣੀ ਦਾ ਜਿਹੜਾ ਮੱਛ ਹਾਂ। ਤੂੰ ਜਲ ਨਿਧ ਹਉ ਜਲ ਕਾ ਮੀਨ, ਕਹਿਣ ਲੱਗੇ ਜਲ ਮੈਂ ਰਹਾਂ ਜਲੈ ਬਿਨ ਕੀਨ। ਤੂੰ ਪਿੰਜਰ ਹਉ ਸੋਟਾ ਤੋਰ, ਸੋਟਾ ਆਖਦੇ ਨੇ ਜੀ ਤੋਤੇ ਨੂੰ। ਤੂੰ ਪਿੰਜਰ ਹਉ ਸੋਟਾ ਤੋਰ, ਮਾਲਕ ਜੀ ਤੁਸੀਂ ਪਿੰਜਰਾ ਬਣ ਜਾਓ ਅਤੇ ਮੈਂ ਉਸ ਪਿੰਜਰੇ ਵਿੱਚ ਕੈਦ ਉਹ ਤੋਤਾ ਬਣ ਜਾਵਾਂ, ਜਿਹੜਾ ਕਦੀ ਉਸ ਤੋਂ ਆਜ਼ਾਦ ਨਾ ਹੋਵੇ। ਤੇਰੇ ਨਾਮ ਤੋਂ ਮੈਂ ਕਦੀ ਮੁਕਤ ਨਾ ਹੋਵਾਂ, ਭਾਵ ਤੇਰੇ ਨਾਮ ਦੇ ਨਾਲ ਮੇਰੀ ਸੁਰਤ ਸਦਾ ਹੀ ਜੁੜੀ ਰਵੇ। ਗੁਰਬਾਣੀ ਦੇ ਅੰਦਰ ਸੂਆ ਨਾਮ ਵੀ ਆਇਆ ਹੈ। ਸੂਆ ਨਾਮ ਵੀ ਤੋਤੇ ਵਾਸਤੇ ਵਰਤਿਆ ਗਿਆ। ਮਾਲਕ ਜੀ ਕਹਿਣ ਲੱਗੇ ਤੂੰ ਪਿੰਜਰ ਹਉ ਸੋਟਾ ਤੋਰ, ਜੰਮ ਮੰਜਾਰ ਕਹਾਂ ਕਰੈ ਮੋਰ। ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਤੁਸੀਂ ਰੁੱਖ ਬਣ ਜਾਓ ਅਤੇ ਮੈਂ ਰੁੱਖ ਉੱਪਰ ਰਹਿਣ ਵਾਲਾ ਪੰਛੀ ਬਣ ਜਾਵਾਂ। ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਪਰ ਫਿਰ ਵੀ ਜੇ ਇੱਕ ਮਾਇਆ ਦੇ ਪਰਦੇ ਦੀ ਕੰਧ ਬਣ ਜਾਵੇ ਨਾ, ਤਾਂ ਵੀ ਤੇਰੇ ਦਰਸ਼ਨ ਕਰਨੇ ਸੰਭਵ ਨਹੀਂ ਹੈ। ਪਰ ਸਤਿਗੁਰੂ ਜੀ ਕਹਿਣ ਲੱਗੇ ਤੂੰ ਸਤਿਗੁਰ ਹਉ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਇੱਕੋ ਹੀ ਅਰਦਾਸ ਹੈ ਪਾਤਸ਼ਾਹ, ਇੱਕ ਵਾਰ ਕਿਰਪਾ ਕਰਕੇ ਦਰਸ਼ਨ ਦੀਦਾਰ ਦੇ, ਤਾਂ ਜੋ ਮੇਰਾ ਸੰਸਾਰ 'ਤੇ ਆਉਣਾ ਜਿਹੜਾ ਸਫਲਾ ਹੋ ਜਾਵੇ। ਅਸੁਨ ਪ੍ਰੇਮ ਉਹ ਮਾਹੜਾ, ਕਿਉਂ ਮਿਲਿਆ ਹਰ ਜਾਏ। ਉਸ ਪਰਮਾਤਮਾ ਦੇ ਨਾਲ ਕਿਵੇਂ ਮਿਲਾਂ ਜਦੋਂ ਤੱਕ ਅੰਦਰ ਤਾਂਘ ਹੀ ਨਹੀਂ। ਪਰ ਹੁਣ ਅੰਦਰ ਉਛਾਲਾ ਆਇਆ, ਅੰਦਰ ਤਾਂਘ ਪੈਦਾ ਹੋਈ, ਪੁੱਛਣਾ ਕੀਤਾ ਕਿਉਂ ਮਿਲਿਆ ਹਰ ਜਾਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਆਪਣੀ ਰਬਾਈ ਦੇ ਵਿੱਚ ਬੜੇ ਸੋਹਣੇ ਬੋਲ ਲਿਖੇ ਨੇ। ਕਹਿਣ ਲੱਗੇ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਮਾਲਕ ਜੀ ਕਹਿਣ ਲੱਗੇ ਮਾਫ਼ ਕਰਨਾ ਭਾਈ ਵੀਰ ਸਿੰਘ ਜੀ, ਨੇਹ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ। ਕਹਿਣ ਲੱਗੇ ਵਸਲੋਂ ਉੱਤੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਜੇ ਜਦੋਂ ਤੱਕ ਅੰਦਰ ਖਿੱਚ ਹੀ ਨਹੀਂ, ਪਰ ਜਿਨ੍ਹਾਂ ਦੇ ਅੰਦਰ ਖਿੱਚ ਪੈਦਾ ਹੋਈ, ਫਿਰ ਸਤਿਗੁਰੂ ਜੀ ਨੇ ਅੱਗੇ ਸਵਾਲ ਕੀਤਾ ਮਨ ਤਨ ਪਿਆਸ ਦਰਸ਼ਨ ਕਹਾਣੀ, ਕੋਈ ਯਾਨ ਮਿਲਾਵੈ ਮਾਏ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਮਾਹਾ ਪੈਦਾ ਹੋਇਆ, ਮਨ ਤਨ ਦਰਸ਼ਨ ਪਿਆਸ ਕਹਾਣੀ, ਮਨ ਦੇ ਵਿੱਚ ਔਰ ਤਨ ਵਿੱਚ ਦਰਸ਼ਨਾਂ ਦੀ ਜਿਹੜੀ ਤੀਬਰ ਤਾਂਘ ਪੈਦਾ ਹੋਈ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰਮਾਤਮਾ ਦਰਸ਼ਨ ਦੀਦਾਰ ਵੀ ਕਰਾਂ। ਕੋਈ ਆਣ ਮਿਲਾਵੈ ਮਾਏ, ਔਰ ਕੋਈ ਮੈਨੂੰ ਉਸ ਮਾਲਕ ਦੇ ਨਾਲ ਆ ਕੇ ਮੇਲ ਲਵੇ। ਸਵਾਲ ਹੈ ਅੱਸੂ ਦੇ ਮਹੀਨੇ ਦੇ ਅੰਦਰ ਮਾਲਕ ਦੇ ਨਾਲ ਮਿਲਾਪ ਕਿਵੇਂ ਕਰਾਂ। ਮਨ ਤਨ, ਮਨ ਵਿੱਚ ਤਨ ਵਿੱਚ ਦਰਸ਼ਨਾਂ ਦੀ ਪਿਆਸ, ਦਰਸ਼ਨ ਕਰਨ ਦੀ ਤਾਂਘ ਜਿਹੜੀ ਪੈਦਾ ਹੋਈ ਹੈ। ਕੋਈ ਆਣ ਮਿਲਾਵੈ ਮਾਏ, ਹੇ ਮੇਰੀ ਮਾਂ, ਇਹ ਸਤਿਗੁਰ ਨੂੰ ਸਤਿਗੁਰ ਨੇ ਆਵਾਜ਼ ਮਾਰੀ ਹੈ ਉਸ ਅਕਾਲ ਪੁਰਖ ਨੂੰ ਕਿ ਮੈਨੂੰ ਉਸ ਪਰਮੇਸ਼ਰ ਦੇ ਨਾਲ ਮੇਰਾ ਮਿਲਾਪ ਕਰਵਾ। ਕੋਈ ਹੈ ਜਿਹੜਾ ਮੇਰਾ ਮਿਲਾਪ ਉਸ ਮਾਲਕ ਨਾਲ ਕਰਵਾ ਸਕੇ। ਸਤਿਗੁਰੂ ਜੀ ਨੇ ਕਿਹਾ ਇਹ ਜਿਹੜਾ ਜੀਵ ਹੈ ਨਾ, ਇਹਦੀਆਂ 4 ਮੰਗਾਂ ਨੇ। ਮਾਲਕ ਜੀ ਕਹਿਣ ਲੱਗੇ ਅਰਥ, ਕਾਮ, ਧਰਮ, ਜਿਹੜਾ ਹੈ ਮੋਕਸ਼, ਇਹ 4 ਪਦਾਰਥ ਨੇ ਜਿਹੜੇ ਜੀਵ ਪਰਮਾਤਮਾ ਦੇ ਕੋਲ ਮੰਗਦਾ। ਇਹ ਉਹਦੀ ਲੋੜ ਹੈ, ਪਰ ਇਹ ਤਾਂ ਹੀ ਹੈ ਜੇ ਪਰਮੇਸ਼ਰ ਦੀ ਸੇਵਾ ਕਰੇਗਾ ਤੇਰੀ ਤਾਂਘ ਪੂਰੀ ਹੋਵੇਗੀ। ਜੇ ਤੈਨੂੰ ਇਹ ਕਿ ਮੈਨੂੰ ਸੰਸਾਰ ਦੇ ਅੰਦਰ ਦੁੱਖ ਬੜੇ ਨੇ, ਜੇ ਤੂੰ ਚਾਹੁੰਦਾ ਮੇਰੇ ਦੁੱਖ ਦੂਰ ਹੋਣ, ਸਤਿਗੁਰੂ ਜੀ ਕਹਿਣ ਲੱਗੇ ਉਸ ਹਿਰਦੇ ਦੇ ਵਿੱਚ ਉਸ ਮਾਲਕ ਦਾ ਨਾਮ ਚੇਤੇ ਕਰ। ਇਨਸਾਨ ਦੀ ਇਹ ਇੱਛਾ ਹੈ ਕਿ ਮੇਰੀ ਸੰਸਾਰ 'ਤੇ ਸ਼ੋਭਾ ਹੋਵੇ, ਮੇਰਾ ਨਾਮਣਾ ਹੋਵੇ, ਸਾਰੇ ਮੈਨੂੰ ਜਾਣਨ। ਸਤਿਗੁਰੂ ਜੀ ਕਹਿਣ ਲੱਗੇ ਤੇਰੀ ਸ਼ੋਭਾ ਵੀ ਹੋਵੇਗੀ ਤਾਂ ਵੀ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜਿਹੜੀ ਗੁਰੂ ਦੀ ਇਲਾਹੀ ਸੰਗਤ ਹੈ, ਸੰਗਤ ਵਿੱਚ ਜਾ ਔਰ ਸੰਗਤ ਵਿੱਚ ਜਾ ਕੇ ਆਪਣਾ ਜਿਹੜਾ ਹੰਕਾਰ ਦੂਰ ਕਰ। ਔਰ ਸਭ ਤੋਂ ਵੱਡਾ ਦੁੱਖ ਕੀ ਹੈ? ਜੇ ਅਸੀਂ ਕਹੀਏ ਨਾ ਦੁੱਖ ਬੜਾ ਹੈ, ਪੁੱਛਣਾ ਕਰੀਏ ਦੁੱਖ ਕੀ ਹੈ, ਤਾਂ ਜਵਾਬ ਕਈ ਵਾਰੀ ਆ ਜਾਂਦਾ ਹੈ ਕਿ ਘਰ 'ਚ ਗਰੀਬੀ ਬੜੀ ਹੈ, ਧਨ ਦੌਲਤ ਨਹੀਂ, ਇਸ ਤੋਂ ਵੱਡਾ ਦੁੱਖ ਕੀ ਹੋਵੇਗਾ। ਕਿਸੇ ਨੇ ਦੂਜੇ ਨੂੰ ਸਵਾਲ ਕੀਤਾ ਕਿ ਦੁੱਖ ਕੀ ਹੈ? ਉਹ ਕਹਿਣ ਲੱਗਾ ਘਰ 'ਚ ਸਭ ਕੁਝ ਹੈ, ਪਰ ਘਰ ਦੇ ਵਿੱਚ
औलाद नहीं, संतान नहीं, जे घर 'च संतान नहीं, ये तो वड्डा दुख की होवेगा। फिर तीजे ने पुछना कीता कि दुख की है, उन्हें अपना दुखड़ा फरोलिया तो कहन लगा घर विच सब कुछ है, घर 'च संतान भी है, पर जे संतान कहने दे विच नहीं, जे कहे कार विच नहीं, इस तो वड्डा दुख की है। पर जिहड़े परमेश्वर दे प्यारे ने, ਜਦੋਂ ਉਹਨਾਂ ਨੂੰ ਪੁੱਛਣਾ ਕੀਤਾ ਕਿ ਦੁੱਖ ਕੀ ਹੈ, ਉਹਨਾਂ ਸਤਿਗੁਰ ਅੱਗੇ ਹੱਥ ਜੋੜੇ ਔਰ ਕਹਿਣ ਲੱਗੇ ਸਭ ਤੋਂ ਵੱਡਾ ਦੁੱਖ ਹੈ ਸੰਸਾਰ 'ਤੇ ਵਾਰ-ਵਾਰ ਜੰਮਣਾ, ਸੰਸਾਰ ਤੋਂ ਵਾਰ-ਵਾਰ ਜਾਣਾ। ਜੰਮਣ ਔਰ ਮਰਨ ਦਾ ਜਿਹੜਾ ਦੁੱਖ ਹੈ ਸਭ ਤੋਂ ਵੱਡਾ ਹੈ। ਔਰ ਇਹ ਜਿਹੜਾ ਦੁੱਖ ਹੈ ਕੇਵਲ ਤੇ ਕੇਵਲ ਸਤਿਗੁਰ ਦੀ ਕਿਰਪਾ ਦੇ ਨਾਲ, ਪਰਮੇਸ਼ਰ ਦੇ ਸ਼ਰਨੀ ਪਿਆ ਹੀ, ਚਰਨ ਸ਼ਰਨ ਵਿੱਚ ਜਾ ਕੇ ਹੀ ਦੂਰ ਹੁੰਦਾ ਹੈ। ਸਤਿਗੁਰੂ ਜੀ ਨੇ ਇਹ ਪਾਵਨ ਬੋਲ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਦਰਜ ਕੀਤੇ। ਮਾਲਕ ਜੀ ਕਹਿਣ ਲੱਗੇ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ, ਜੇ ਚਾਹੁੰਦਾ ਤੇਰਾ ਨਾਮ ਨਾ ਹੋਵੇ। ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਨੀ ਪਰੈ। ਪਰ ਜਿਨ੍ਹਾਂ ਦੇ ਅੰਦਰ ਤਾਂਘ ਹੈ ਮਾਲਕ ਦੇ ਦਰਸ਼ਨ ਦੀਦਾਰ ਕਰਨ ਦੀ, ਸਤਿਗੁਰੂ ਜੀ ਕਹਿਣ ਲੱਗੇ ਜੇ ਸਭ ਤੋਂ ਵੱਡਾ ਸੁੱਖ, ਸਭ ਤੋਂ ਵੱਡਾ ਆਨੰਦ ਹੀ ਇਹਦੇ ਵਿੱਚ ਹੈ। ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਾਲਕ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋਈ ਹੈ, ਪਿਆਸ ਲੱਗ ਗਈ ਮਾਲਕ ਦੇ ਦੀਦਾਰ ਕਰਨੇ ਨੇ। ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਮਾਲਕ ਜੀ ਕਹਿਣ ਲੱਗੇ ਤਿਨਾਂ ਤੋਂ ਮੈਂ ਫਿਰ ਬਲਿਹਾਰ ਵਾਰਨੇ ਜਾਨਾ ਹਾਂ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਮਾਲਕ ਜੀ ਕਹਿਣ ਲੱਗੇ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੁ ਬਕੋ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਮੇਰੀ ਅਰਦਾਸ ਹੈ ਕੋਈ ਹੈ ਕੋਈ ਆਣ ਮਿਲਾਵੈ, ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵੇਚਾਈ। ਕੋਈ ਮੈਨੂੰ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦੇਵੇ, ਮੈਂ ਸਾਰਾ ਕੁਝ ਉਸ ਉੱਪਰੋਂ ਕੁਰਬਾਨ ਕਰ ਦਿਆਂ। ਧੰਨ ਗੁਰੂ ਅਰਜਨ ਮਹਾਰਾਜ ਜਿਹੜਾ ਜੀਵ ਇਸਤਰੀ ਹੈ, ਜਿਹਦੇ ਅੰਦਰ ਇਹ ਬਿਰਹਾ ਪੈਦਾ ਹੋਇਆ ਆਪਣੇ ਪ੍ਰਤੀ, ਆਪਣੇ ਪਿਆਰੇ ਉਸ ਖਸਮ ਅਕਾਲ ਪੁਰਖ ਨੂੰ ਮਿਲਣ ਦਾ। ਸਤਿਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਇਹ ਤਾਂਘ ਹੈ ਕਿ ਉਸ ਮਾਲਕ ਦੇ ਦਰਸ਼ਨ ਦੀਦਾਰ ਕਰਨੇ ਨੇ, ਇੱਕੋ ਹੀ ਤਰੀਕਾ ਹੈ। ਨਾਲ ਹੀ ਸਤਿਗੁਰੂ ਨੇ ਅੱਗੇ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਅਸਮ ਪ੍ਰੇਮ ਉਮਾਹੜਾ, ਜਿਨ੍ਹਾਂ ਦੇ ਅੰਦਰ ਉਮਾਹ ਪੈਦਾ ਹੋਇਆ, ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋਈ। ਹੁਣ ਇੱਕ ਹੀ ਤਰੀਕਾ ਹੈ, ਉਹ ਹੈ ਹੀ ਇੱਕੋ, ਇੱਕ ਤਰੀਕੇ ਦੇ ਨਾਲ ਉਹਦੇ ਨਾਲ ਮਿਲਿਆ ਜਾਣਾ। ਉਹ ਕੀ ਹੈ? ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ। ਜਿਹੜੇ ਸੰਤ ਸਹਾਈ ਨੇ, ਪਰਮੇਸ਼ਰ ਦੇ ਪਿਆਰੇ ਨੇ, ਜਿਨ੍ਹਾਂ ਨੇ ਉਸ ਮਾਲਕ ਦਾ ਨਾਮ ਜਪ ਕੇ ਉਹਦੇ ਨਾਲ ਇੱਕ ਮਿੱਕ ਹੋ ਗਏ, ਤਿੰਨਾਂ ਦੀ ਸ਼ਰਨ ਪਾਓ। ਉਸ ਜਿਹੜਾ ਸਮਰੱਥ ਗੁਰੂ ਹੈ, ਜਿਹੜਾ ਸਾਨੂੰ ਸਿੱਧਿਆਂ ਉਸ ਅਕਾਲ ਪੁਰਖ ਨਾਲ ਜੋੜਦਾ ਪਿਆ, ਸਤਿਗੁਰੂ ਦੀ ਸ਼ਰਨੀ ਪਾਓ, ਸਤਿਗੁਰੂ ਦੇ ਬਚਨ ਮੰਨ, ਸਤਿਗੁਰੂ ਦੇ ਹੁਕਮਾਂ 'ਤੇ ਪਹਿਰਾ ਦੇ। ਹਉ ਤਿੰਨ ਕੈ ਲਾਗਾ ਪਾਏ। ਮਾਲਕ ਜੀ ਕਹਿਣ ਲੱਗੇ ਜਿਹੜਾ ਉਸ ਮਾਲਕ ਨਾਲ ਮਿਲਾਪ ਕਰਵਾਵੇ ਉਹ ਹੈ ਸੰਤ ਸਹਾਈ ਪ੍ਰੇਮ ਕੇ। ਤਰੀਕਾ ਕੀ ਹੈ? ਕੇਵਲ ਤੇ ਕੇਵਲ ਪ੍ਰੇਮ ਦਾ, ਭਾਵਨਾ ਦਾ। ਜੇ ਪ੍ਰੇਮ ਨਹੀਂ, ਜੇ ਅੰਦਰ ਭਾਵਨਾ ਨਹੀਂ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਵੀ ਆਖਦੇ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਨਾ, ਤਿਨਾਂ ਨੇ ਉਸ ਮਾਲਕ ਨੂੰ, ਉਸ ਪਿਆਰੇ ਨੂੰ ਪਾਇਆ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਹੇ ਨੇ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ। ਤਿੰਨਾਂ ਦੇ ਚਰਨਾਂ ਦੇ ਨਾਲ ਜਿਹੜਾ ਮੈਂ ਜੋੜ ਜਾਵਾਂ। ਸਤਿਗੁਰੂ ਜੀ ਕਹਿਣ ਲੱਗੇ ਖੋਜਤ ਖੋਜਤ ਸੁਣੀ ਇਹ ਸੋਏ। ਜੇ ਸਤਿਗੁਰੂ ਦੇ ਸ਼ਰਨ ਵਿੱਚ ਆਉਣਾ ਹੈ, ਆਉਣਾ ਕਿੱਦਾਂ? ਸੰਗਤ ਦੀ ਰਾਹੀਂ, ਗੁਰੂ ਦੀ ਸੰਗਤ ਕੀਤਿਆਂ। ਅਤੇ ਮਾਲਕ ਜੀ ਕਹਿਣ ਲੱਗੇ ਇਹ ਸੰਗਤ ਕੀ ਹੈ? ਸੰਗਤ ਕਿੰਨੇ ਕੁ ਭਾਗਾਂ ਵਾਲੀ ਹੈ ਕਿ ਸੰਗਤ ਵਿੱਚ ਬੈਠਿਆਂ ਮਾਲਕ ਦੇ ਨਾਲ ਮਿਲਾਪ ਹੋ ਜਾਵੇਗਾ। ਪਾਤਸ਼ਾਹ ਕਹਿਣ ਲੱਗੇ ਖੋਜਤ ਖੋਜਤ ਸੁਣੀ ਇਹ ਸੋਏ। ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਤ ਸੰਗਤ ਤੋਂ ਬਿਨਾਂ ਸੰਸਾਰ ਤੋਂ ਕੋਈ ਵੀ ਜੀਵ ਜਿਹੜਾ ਉਹਦਾ ਪਾਰ ਉਤਾਰਾ ਨਹੀਂ ਹੈ। ਜਿਨ ਜਿਨ ਸਾਧ ਸੰਗ ਪਾਇਆ
ਸਜਣਾ ਨੇ ਸਤ ਸੰਗਤ ਕੀਤੀ ਹੈ। ਜਿਨ ਜਿਨ ਸਾਧ ਸੰਗ ਪਾਇਆ, ਸੋ ਪ੍ਰਭ ਆਪ ਤਰਾਇਆ। ਤਿਨਾਂ ਨੂੰ ਉਸ ਮਾਲਕ ਨੇ ਫਿਰ ਆਪ ਤਾਰਿਆ, ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਹੈ। ਹੁਣ ਜਿਹੜੇ ਤਰ ਗਏ, ਜਿਹੜੇ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਹੁਣ ਜਿਸ ਜੀਵ ਇਸਤਰੀ ਦੇ ਅੰਦਰ, ਜਿਸ ਮਨ ਅੰਦਰ ਇਹ ਬਿਰਹਾ ਦੀ ਤਾਂਘ ਹੈ, ਜਦੋਂ ਵੇਖਿਆ ਕਿ ਉਹ ਤਾਂ ਪਾਰ ਹੋ ਗਈ, ਫਿਰ ਅੰਦਰ ਤਾਂਘ ਪੈਦਾ ਹੋਈ ਕਿ ਮੈਂ ਵੀ ਉਹਨਾਂ ਵਰਗਾ ਬਣ ਜਾਵਾਂ। ਤਿਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣਤਾਸਾ। ਮੇਰੀ ਅੰਦਰ ਵੀ ਇਹ ਤਾਂਘ ਹੈ, ਮੇਰੀ ਵਾਰੀ ਕਦੋਂ ਆਵੇਗੀ। ਪਰ ਮਾਲਕ ਜੀ ਕਹਿਣ ਲੱਗੇ, ਇਹ ਗੱਲ ਚੇਤੇ ਰੱਖੀ, ਉਸ ਪਿਆਰੇ ਤੋਂ ਬਿਨਾਂ, ਉਸ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੇ ਲੜ ਨਾ ਲੱਗ ਜਾਵੀਂ। ਮਤਾਂ ਵੇਖੀ ਜਾ ਕੇ ਕਿਸੇ ਕੱਚੇ ਦੇ ਨਾਲ ਜੁੜ ਜਾਵੀਂ। ਜਿਹੜੇ ਕੱਚੇ ਨੇ ਉਹ ਆਪ ਤਾਂ ਡੁੱਬੇ ਨੇ, ਪਰ ਤੈਨੂੰ ਵੀ ਨਾਲ ਲੈ ਡੁੱਬਣਗੇ। ਮਾਲਕ ਜੀ ਕਹਿਣ ਲੱਗੇ, ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾ ਹੀ ਜਾਏ। ਜਾਏ ਦਾ ਭਾਵ ਹੈ ਥਾਂ। ਵਿਣ ਪ੍ਰਭ ਕਿਉਂ ਸੁਖ ਪਾਈਐ, ਪਰਮੇਸ਼ਰ ਤੋਂ ਬਿਨਾਂ ਸੁਖ ਕਿਵੇਂ ਪ੍ਰਾਪਤ ਕਰੇਗਾ। ਦੂਜੀ ਨਾ ਹੀ ਜਾਏ, ਉਸ ਮਾਲਕ ਤੋਂ ਬਿਨਾਂ ਦੂਜਾ ਥਾਂ ਹੈ ਹੀ ਕੋਈ ਨਹੀਂ ਜਿੱਥੇ ਤੇਰਾ ਪਾਰ ਉਤਾਰਾ ਹੋ ਸਕੇ, ਜਿੱਥੇ ਤੇਰੀ ਗੱਤ ਹੋ ਸਕੇ, ਜਿੱਥੇ ਤੈਨੂੰ ਨਾਮ ਦੀ ਦਾਤ ਮਿਲ ਸਕੇ। ਉਸ ਮਾਲਕ ਦੇ ਘਰ ਤੋਂ ਬਿਨਾਂ ਕੋਈ ਦੂਜਾ ਥਾਂ ਨਹੀਂ ਹੈ। ਮਤਾਂ ਵੇਖੀ ਜਾ ਕੇ ਭਟਕਣਾ ਦੇ ਵਿੱਚ, ਪਰਮ ਭੁਲੇਖੇ ਦੇ ਵਿੱਚ ਨਾ ਪੈ ਜਾਵੀਂ। ਇਸ ਗੱਲ ਨੂੰ ਚੇਤੇ ਰੱਖੀ। ਸੰਸਾਰ 'ਤੇ ਸਾਰਾ ਕਾਰਜ ਕੀਤਾ ਹੈ, ਘਰ 'ਚ ਧਨ ਦੌਲਤ ਹੈ, ਸਾਰੇ ਪਦਾਰਥ ਨੇ, ਕੋਈ ਕਮੀ ਨਹੀਂ, ਨਾਮਣਾ ਵੀ ਬੜਾ ਹੈ। ਪਰ ਜਦੋਂ ਕਿਸੇ ਨੂੰ ਦੁੱਖ ਪੁੱਛ ਲਈਏ, ਮਾਲਕ ਜੀ ਕਹਿਣ ਲੱਗੇ, ਦੁੱਖ ਕੀਆਂ ਪੰਡਾ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਜਦੋਂ ਜਿਹਨੂੰ ਮਰਜ਼ੀ ਪੁੱਛ ਲਈਏ, ਹਰ ਇੱਕ ਦੇ ਕੋਲ ਆਪੋ ਆਪਣੇ ਦੁੱਖ ਨੇ, ਪਰ ਸੁੱਖ ਕਿੱਥੇ ਆ? ਸੁੱਖ ਕੇਵਲ ਤੇ ਕੇਵਲ ਉਸ ਸਤਿਗੁਰ ਦੇ ਕੋਲ ਹੈ। ਸਤਿਗੁਰ ਦੇ ਨਾਮ ਦੇ ਵਿੱਚ ਸੁੱਖ ਹੈ। ਉਸ ਮਾਲਕ ਤੋਂ ਬਿਨਾਂ ਸੁੱਖ ਹੈ ਹੀ ਨਹੀਂ। ਜੇ ਸੁੱਖ ਵੇਖਣਾ ਹੈ, ਇਹ ਜਿਹੜਾ ਮਨ ਹੈ, ਧਨ ਇਕੱਤਰ ਕਰ ਲਿਆ, ਧਨ ਆਵੇਗਾ, ਸੁੱਖ ਆ ਜਾਵੇਗਾ। ਫਿਰ ਕੀਤਾ ਉਸ ਮਨ ਨੇ ਸਵਾਲ ਕੀਤਾ, ਜੇ ਸੁੱਖ ਚਾਹੀਦਾ ਇਸ ਤਰ੍ਹਾਂ ਕਰ, ਘਰ ਦੇ ਵਿੱਚ ਟੀਵੀ ਲਾ, ਨਾਟਕ ਵੇਖ, ਫਿਲਮਾਂ ਵੇਖ, ਤੇਰਾ ਮਨ ਜਦੋਂ ਖੁਸ਼ ਹੋਵੇਗਾ ਸੁੱਖ ਆ ਜਾਵੇਗਾ। ਜੇ ਸੁੱਖ ਚਾਹੀਦਾ ਇਸ ਦੇਸ਼ ਨੂੰ ਛੱਡ ਕੇ ਦੂਜੀ ਧਰਤੀ 'ਤੇ ਜਾ, ਸੰਸਾਰ ਦੀ ਰੰਗ ਤਮਾਸ਼ੇ ਵੇਖ, ਤਾਂ ਸੁੱਖ ਮਿਲੇਗਾ। ਪਰ ਮਾਲਕ ਜੀ ਕਹਿਣ ਲੱਗੇ, ਨਹੀਂ, ਇਹ ਸਾਰਾ ਕੁਝ ਕਰਕੇ ਵੀ ਵੇਖ ਲਿਆ, ਹੋਇਆ ਕਿ ਸੁੱਖ ਨਾਹੀ ਬਹੁਤੇ ਧਨ ਖਾਟੈ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ। ਫਿਰ ਸੁੱਖ ਹੈ ਕਿੱਥੇ? ਮਾਲਕ ਜੀ ਕਹਿਣ ਲੱਗੇ, ਸਰਬ ਸੁਖਾ ਹਰ ਹਰ ਗੁਣ ਗਾਏ। ਸੁੱਖ ਕੇਵਲ ਤੇ ਕੇਵਲ ਉਸ ਮਾਲਕ ਦੇ ਗੁਣ ਗਾਉਣ ਦੇ ਵਿੱਚ ਹੈ, ਉਹਦਾ ਨਾਮ ਜਪਣ ਦੇ ਵਿੱਚ ਹੈ। ਇਸੇ ਕਰਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਉਸ ਮਾਲਕ ਨੂੰ ਸਿਮਰ, ਜਿਹਨੂੰ ਸਿਮਰਨ ਦੇ ਨਾਲ, ਚੇਤੇ ਕਰਨ ਦੇ ਨਾਲ ਸੁੱਖ ਆਵੇਗਾ। ਵਿਣ ਪ੍ਰਭ ਕਿਉਂ ਸੁੱਖ ਪਾਈ ਹੈ, ਉਸ ਮਾਲਕ ਤੋਂ ਬਿਨਾਂ ਸੁੱਖ ਨਹੀਂ ਹੈ, ਦੂਜੀ ਨਾ ਹੀ ਜਾਏ। ਇਸੇ ਕਰਕੇ ਹੇ ਭਾਈ, ਹੇ ਜਿੰਦੇ, ਉਸ ਮਾਲਕ ਦਾ ਨਾਮ ਹੀ ਜਪ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਮਾਲਕ ਦਾ ਨਾਮ ਜਪਿਆ, ਜਿਨ੍ਹਾਂ 'ਤੇ ਕਿਰਪਾ ਹੋਈ, ਜਿਨ੍ਹਾਂ ਦੇ ਅੰਦਰ ਉਮਾਹੜਾ ਆਇਆ, ਅੰਦਰ ਉਛਾਲਾ ਆਇਆ, ਅੰਦਰ ਦਰਸ਼ਨਾਂ ਦੀ ਤਾਂਘ ਆਈ। ਜਦੋਂ ਪਤਾ ਲੱਗ ਗਿਆ ਉਸ ਪਰਮੇਸ਼ਰ ਦੇ ਦੁਆਰੇ 'ਤੇ ਜਾਣਾ ਅਤੇ ਗੁਰੂ ਤੋਂ ਬਿਨਾਂ ਕੋਈ ਹੋਰ ਸਾਧਨ ਨਹੀਂ। ਹੁਣ ਸਤਿਗੁਰੂ ਜੀ ਕਹਿਣ ਲੱਗੇ, ਜਿਨੀ ਚਾਖਿਆ ਪ੍ਰੇਮ ਰਸ, ਸਤਿਗੁਰੂ ਦੀ ਕਿਰਪਾ ਦੇ ਨਾਲ। ਹੁਣ ਜਿਨ੍ਹਾਂ ਨੇ ਮਾਲਕ ਦਾ ਨਾਮ ਜਪਿਆ, ਉਸ ਪ੍ਰੇਮ ਰੂਪੀ ਨਾਮ ਨੂੰ ਜਿਨ੍ਹਾਂ ਨੇ ਧਿਆ ਲਿਆ, ਸੇ ਤ੍ਰਿਪਤ ਰਹੇ ਆਗਾਏ। ਉਹ ਤ੍ਰਿਪਤ ਹੋ ਗਈ। ਹੁਣ ਅੰਦਰ ਕੋਈ ਭੁੱਖ ਪਿਆਸ ਨਹੀਂ ਰਹੀ। ਅੰਦਰ ਮਨ ਦੀਆਂ ਜਿੰਨੀਆਂ ਵੀ ਤ੍ਰਿਸ਼ਨਾਵਾਂ ਨੇ, ਸਾਰੀਆਂ ਹੀ ਮਰ ਗਈਆਂ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਜਦੋਂ ਤੱਕ ਅੰਦਰ ਤ੍ਰਿਸ਼ਨਾ ਹੈ, ਉਦੋਂ ਤੱਕ ਸੰਤੋਖ ਕਦੀ ਨਹੀਂ ਆ ਸਕੇਗਾ। ਪਰ ਜਦੋਂ ਸੰਤੋਖ ਆਵੇਗਾ, ਇਹ ਤ੍ਰਿਸ਼ਨਾ ਉਦੋਂ ਹੀ ਬੁਝੇਗੀ। ਅਤੇ ਜਿਹੜਾ ਸੰਤੋਖ ਹੈ, ਮਹਾ ਸੰਤੋਖ ਹੋਵੈ ਗੁਰ ਬਚਨੀ। ਗੁਰੂ ਦੇ ਬਚਨਾਂ ਦੇ ਵਿੱਚ ਹੀ ਸੰਤੋਖ ਹੈ, ਕਿਤੋਂ ਵੀ ਸੰਤੋਖ ਨਹੀਂ ਆਵੇਗਾ। ਜਦੋਂ ਤੱਕ ਸੰਤੋਖ ਨਹੀਂ, ਉਦੋਂ ਤੱਕ ਤ੍ਰਿਸ਼ਨਾ ਹੈ। ਜਦੋਂ ਤੱਕ ਤ੍ਰਿਸ਼ਨਾ ਹੈ, ਉਦੋਂ ਤੱਕ ਜਿਹੜਾ ਇਨਸਾਨ ਹੈ, ਇਹਦੀ ਜਿਹੜੀ ਭੱਜ ਦੌੜ ਹੈ, ਉਹ ਕਦੀ ਖਤਮ ਨਹੀਂ ਹੋਵੇਗੀ।
ਇਸੇ ਕਰਕੇ ਮਾਲਕ ਜੀ ਕਹਿਣ ਲੱਗੇ, ਜਿਨ੍ਹਾਂ ਨੇ ਮਾਲਕ ਦਾ ਨਾਮ ਜਪ ਲਿਆ ਉਹ ਤ੍ਰਿਪਤ ਹੋਏ, ਉਹ ਰੱਜ ਗਏ। ਹੁਣ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਉਹ ਆਪਣਾ ਆਪਾ ਸਵਾਰ ਰਹੇ ਨੇ। ਸਤਿਗੁਰੂ ਜੀ ਫਿਰ ਅੱਗੇ ਕਹਿਣ ਲੱਗੇ, ਆਪ ਤਿਆਗ ਬਿਨਤੀ ਕਰੈ ਲਿਖ ਪ੍ਰਭੂ ਲੜ ਲਾਏ। ਸਤਿਗੁਰੂ ਦੀ ਅੱਗੇ ਬੇਨਤੀ ਕਰ, ਅਰਜ਼ੋਈ ਕਰ, ਅਰਦਾਸ ਕਰ। ਅਰਦਾਸ ਕਰਨੀ ਕਿਵੇਂ ਹੈ? ਆਪ ਤਿਆਗ। ਆਪ ਤਿਆਗ ਭਾਵ ਆਪਾ ਭਾਵ ਆਪਣਤ ਛੱਡ, ਅੰਦਰ ਦਾ ਹੰਕਾਰ ਛੱਡ, ਅੰਦਰ ਦੀ ਹਉਮੈ ਨੂੰ ਛੱਡ ਕੇ ਨਿਮਾਣੇ ਹੋ ਕੇ ਨੀਵੇਂ ਹੋ ਕੇ ਗੁਰੂ ਦੇ ਚਰਨਾਂ 'ਤੇ ਅਰਦਾਸ ਕਰ। ਆਪ ਤਿਆਗ ਬਿਨਤੀ ਕਰੈ। ਅਰਦਾਸ ਕੀ ਕਰਨੀ ਹੈ? ਪਾਤਸ਼ਾਹ ਕਿਰਪਾ ਕਰ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ, ਤਾਂ ਜੋ ਤੇਰੇ ਨਾਮ ਦੇ ਨਾਲ ਜੁੜ ਕੇ ਮੈਂ ਆਪਣਾ ਜੀਵਨ ਸਫਲ ਕਰ ਸਕਾਂ। ਅਰਦਾਸ ਕੀ ਕਰਨੀ ਹੈ? ਸਗਲ ਦੁਆਰ ਕੋ ਛੱਡ ਕੇ ਗਹਿ ਤੁਹਾਰੋ ਦੁਆਰ, ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਹੁਣ ਕੇਵਲ ਤੇ ਕੇਵਲ ਤੇਰੇ ਦੁਆਰੇ 'ਤੇ ਆਇਆ, ਕਿਰਪਾ ਕਰ ਔਰ ਦਰ ਆਏ ਦੀ ਜਿਹੜੀ ਲਾਜ ਰੱਖ। ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ। ਸਤਿਗੁਰੂ ਕਿਰਪਾ ਕਰੋ, ਹੁਣ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਜਾਏ। ਹੁਣ ਜਿਹੜੀਆਂ ਵਡਭਾਗਣਾਂ ਨੇ, ਜਿਹੜੀਆਂ ਜੀਵ ਇਸਤਰੀਆਂ ਜਿਨ੍ਹਾਂ ਨੂੰ ਉਸ ਖਸਮ ਨੇ, ਉਸ ਮਾਲਕ ਪਰਮੇਸ਼ਰ ਪਰਮਾਤਮਾ ਨੇ ਖੁਦ ਆਪਣੇ ਨਾਲ ਜੋੜ ਲਿਆ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਅਰਦਾਸ ਕੀਤੀ ਹੈ, ਹੁਣ ਉਹਨਾਂ ਨੂੰ ਸਤਿਗੁਰ ਨੇ ਆਪ ਜੋੜ ਲਿਆ। ਜੋ ਹਰ ਕੰਤ ਮਿਲਾਈਆਂ, ਕੰਤ ਉਹ ਮਾਲਕ, ਉਹ ਖਸਮ, ਉਹ ਪਰਮਾਤਮਾ, ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਆਪ ਮਿਲਾਇਆ, ਆਪਣੇ ਨਾਲ ਜੋੜ ਲਿਆ। ਸੇ ਵਿਛੜ ਕਤੈ ਨਾ ਜਾਏ। ਉਹ ਹੁਣ ਕਦੀ ਵਿਛੜਨਗੇ ਨਹੀਂ, ਕਦੀ ਵੀ ਛੋੜਾ ਨਹੀਂ ਪਵੇਗਾ। ਹੁਣ ਸਦੀਵੀ ਮਿਲਾਪ ਜਿਹੜਾ ਬਣ ਗਿਆ, ਕਿਉਂ? ਸਤਿਗੁਰ ਨੇ ਆਪ ਨਦਰੇ ਮਿਹਰਮਤ ਕਰ ਦਿੱਤੀ ਹੈ, ਸਤਿਗੁਰ ਨੇ ਆਪ ਜਿਹੜੀ ਕਿਰਪਾ ਕਰ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ, ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨ ਆਏ। ਪਾਤਸ਼ਾਹ ਤੇਰੇ ਤੋਂ ਬਿਨਾਂ ਸੰਸਾਰ 'ਤੇ ਦੂਜਾ ਹੈ ਕੋਈ ਨਹੀਂ, ਤੁਧ ਬਿਨ ਦੂਜਾ ਨਾ ਹੀ ਕੋਈ। ਰੋਜ਼ਾਨਾ ਸੋਦਰ ਬਾਣੀ ਦੇ ਅੰਦਰ ਪੜ੍ਹਦੇ ਹਾਂ, ਪ੍ਰਭ ਵਿਣ ਦੂਜਾ ਕੋ ਨਹੀਂ। ਮਾਲਕ ਜੀ ਤੇਰੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਪੁੱਛਣ ਵਾਲੇ ਨੇ ਸਵਾਲ ਕੀਤਾ ਕਿ ਉਸ ਮਾਲਕ ਨੇ ਇੱਕ ਨਹੀਂ ਅਨੇਕਾਂ ਵਸਤੂਆਂ ਜਿਹੜੀਆਂ ਸੰਸਾਰ 'ਤੇ ਬਣਾਈਆਂ ਨੇ, ਇੱਥੋਂ ਤੱਕ ਇੱਕ ਸ਼ਕਲ ਦੇ ਕਈ ਹੋਰ ਇਨਸਾਨ ਵੀ ਮਿਲ ਜਾਣਗੇ, ਪਰ ਕਿਹੜੀ ਅਜਿਹੀ ਚੀਜ਼ ਹੈ ਜਿਹੜੀ ਮਾਲਕ ਨੇ ਇੱਕ ਹੀ ਬਣਾਈ ਹੈ, ਉਹਦੇ ਵਰਗੀ ਦੂਜੀ ਸੰਸਾਰ 'ਤੇ ਹੈ ਹੀ ਕੋਈ ਨਹੀਂ। ਜੁੜੇ ਹੋਏ ਨੇ ਅੱਗੋਂ ਜਵਾਬ ਦਿੱਤਾ, ਜਿਹੜਾ ਮਾਲਕ ਦੇ ਨਾਲ ਭਿੱਜਿਆ ਹੋਇਆ ਸੀ, ਉਸ ਮਾਲਕ ਨੇ ਕੇਵਲ ਤੇ ਕੇਵਲ ਇੱਕ ਹੀ ਚੀਜ਼ ਨਹੀਂ ਬਣਾਈ, ਉਹਨੇ ਆਪਣੇ ਵਰਗਾ ਦੂਜਾ ਰੱਬ ਨਹੀਂ ਬਣਾਇਆ। ਜੇ ਆਪਣੇ ਵਰਗਾ ਇੱਕ ਹੋਰ ਬਣਾ ਲੈਂਦਾ, ਅਸੀਂ ਜੀਵਾਂ ਨੇ ਕੀ ਕਰਨਾ ਸੀ? ਜੇ ਤੁਸੀਂ ਸਾਡੀ ਅਰਦਾਸ ਨਹੀਂ ਸੁਣੀ, ਅਸੀਂ ਕਿਸੇ ਹੋਰ ਅੱਗੇ, ਅਸੀਂ ਦੂਜੇ ਅੱਗੇ ਚਲੇ ਜਾਂਦੇ ਹਾਂ। ਜੇ ਉਹਨੇ ਨਹੀਂ ਪੂਰੀ ਕੀਤੀ, ਅਸੀਂ ਫਿਰ ਇੱਧਰ ਆ ਜਾਵਾਂਗੇ। ਮਾਲਕ ਨੇ ਕਹਿਣ ਲੱਗੇ, ਕੇਵਲ ਤੇ ਕੇਵਲ ਉਹ ਆਪ ਇੱਕੋ ਹੀ ਹੈ, ਉਹਨੇ ਆਪਣੇ ਵਰਗਾ ਦੂਜਾ ਰੱਬ ਨਹੀਂ ਬਣਾਇਆ। ਸਤਿਗੁਰੂ ਜੀ ਕਹਿਣ ਲੱਗੇ, ਬਾਕੀ ਸੰਸਾਰ 'ਤੇ ਜਿੰਨੀਆਂ ਵਸਤਾਂ ਨੇ ਉਸ ਮਾਲਕ ਨੇ ਬਹੁਤਾਤ ਬਣਾਈਆਂ ਨੇ, ਉਹਨਾਂ ਦੀ ਅਣਗਿਣਤ ਗਿਣਤੀ ਹੈ, ਉਹ ਗਿਣੀਆਂ ਨਹੀਂ ਜਾ ਸਕਦੀਆਂ। ਇਸੇ ਕਰਕੇ ਪ੍ਰਭ ਵਿਣਾ ਦੂਜਾ ਕੋ ਨਹੀਂ, ਉਸ ਮਾਲਕ ਤੋਂ ਬਿਨਾਂ ਸੰਸਾਰ 'ਤੇ ਦੂਜਾ ਹੋਰ ਕੋਈ ਨਹੀਂ ਹੈ। ਇਸੇ ਕਰਕੇ ਭਲਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕੋ ਏਕ ਹੈ ਭਗਵਾਨ, ਜੇ ਦੇਣ ਵਾਲਾ ਹੈ ਉਹ ਕੇਵਲ ਤੇ ਕੇਵਲ ਇੱਕੋ ਹੀ ਹੈ। ਸੰਸਾਰੀ ਜੀਵਾਂ 'ਤੇ ਜਿਹੜੀ ਆਸ ਹੈ ਉਹ ਛੱਡ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ। ਧੰਨ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਸਤਿਗੁਰੂ ਤੇਰੇ ਤੋਂ ਬਿਨਾਂ ਦੂਜਾ ਹੈ ਕੋਈ ਨਹੀਂ। ਇਸੇ ਕਰਕੇ ਮੈਂ ਵੀ ਤੇਰੀ ਅੱਗੇ ਅਰਦਾਸ ਬੇਨਤੀ ਕਰਦਾ, ਤੇਰੀ ਸ਼ਰਨ ਵਿੱਚ ਆਇਆ ਹਾਂ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਸਤਿਗੁਰੂ ਜੀ ਕਹਿਣ ਲੱਗੇ, ਇਸ ਅੱਸੂ ਦੇ ਮਹੀਨੇ ਦੇ ਅੰਦਰ ਉਹੀ ਜੀਵ ਇਸਤਰੀਆਂ ਸੁਖੀ ਵਸਦੀਆਂ ਨੇ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ 'ਤੇ ਮਾਇਆ ਔਰ ਮਾਇਆ ਕੇਵਲ ਤੇ ਕੇਵਲ ਇੱਕ ਕੰਨੇ ਦਾ ਫਰਕ ਹੈ, ਔਰ ਇੱਥੇ ਕੰਨਾ ਨਹੀਂ। ਤੇ ਮਾਇਆ ਦੇ ਅਰਥ ਨੇ ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਨਦਰੇ ਮਿਹਰਮਤ। ਜਿਹੜੀ ਮਾਇਆ ਹੈ ਜੋ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ, ਮਾਇਆ ਦੇ ਵਿੱਚ ਜੁੜਿਆ ਜੀਵ ਕਦੀ ਸਤਿਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ। ਜਿਨ੍ਹਾਂ ਨੇ ਆਪਣਾ ਮਨ ਗੁਰਦੁਆਰੇ ਧੋ ਲਿਆ, ਸਤਿਗੁਰ ਅੱਗੇ ਜਿਨ੍ਹਾਂ ਬੇਨਤੀ ਕੀਤੀ, ਅਰਦਾਸ ਜੋਦੜੀ ਕੀਤੀ, ਜਿਨ੍ਹਾਂ ਨੇ ਨਾਮ ਜਪ ਕੇ
अपना जीवन सफला किया, उन्होंने सतगुर ने फिर नदरे मेहरमत हुई। अस्सू सुखी वसंदियाँ जिन्ना माया हर राए। पातशाह इस अस्सू के महीने के अंदर उही जीव इस्त्रियाँ सुखी ने, उही वडभागी ने जिन्हां ते तुसीं अपनी नदर मेहरमत कर दी, जिन्हां ते कृपा कर दी है। इस करके आप भी अरदास बेनती करिए, सतगुरु जी जिसनों तेरी नदर ना लेखा पुछिया, जिसनों तेरी खुशी तिन नौ निध भुंजी है। जिन्हां उत्ते तेरी नदर है उन्हां दा फिर हिसाब किताब भी जिहड़े जम ने वो नहीं पुछदे। सतगुरु जी कृपा करन, अस्सू के महीने के अंदर सतगुरु नामदान दियां दातां बख्शण। और ये जिहड़ा अस्सू का महीना है, सतगुरु की भजन बंदगी करदियां नाम जपदियां ये जिहड़ा साडा महीना सुखां भरिया बतीत होवे। ये जिहड़ा महीने के अंदर उपदेश है ये सारी कायनात वास्ते है। मालक जी कहन लगे केवल तो केवल अस्सू के महीने के अंदर ही नहीं, जे नाम जप लेवेगा तेरी सारी जिंदगी, तेरा सारा जिहड़ा जीवन है वो सुखां दे नाल बतीत होवेगा और तेरा जिहड़ा संसार दी आउणा सफला हो जाएगा। पातशाह जी कृपा करन, सतगुरु के विचार वख्याण करदिया पासों होईयां बेअंत भुल्लां चुकां दी खिमा। सतगुरु की गुरबाणी अथाह है, इहदा पार नहीं पाया जा सकता। गुरु अते गुरु की संगत बख्शण योग है, बख्श लैना जी। होईयां बेअंत भुल्लां चुकां दी खिमा हुण समाप्ति है। अस्सू सुखी वसंदियाँ जिन्ना माया हर राए। वाहिगुरु जी का खालसा, वाहिगुरु जी की फतेह।